ਅੱਜ ਅਸੀਂ ਸਰਦਾਰ ਗੁਰਬਖਸ਼ ਸਿੰਘ ਜੀ ਦੀ ਲਿਖੀ ਹੋਈ ਰਚਨਾ ਬੋਲੀ ਪੜ੍ਹਨ ਜਾ ਰਹੇ ਹਾਂ। ਸਰਦਾਰ ਗੁਰਬਖਸ਼ ਸਿੰਘ ਦਾ ਜਨਮ ਸਰਦਾਰ ਪਿਸ਼ੌਰਾ ਸਿੰਘ ਦੇ ਘਰ 26 ਅਪ੍ਰੈਲ 1895 ਈਸਵੀ ਨੂੰ ਸਿਆਲਕੋਟ ਵਿੱਚ ਹੋਇਆ। ਮੁੱਢਲੀ ਪੜ੍ਹਾਈ ਤੋਂ ਬਾਅਦ ਕੁਝ ਸਮਾਂ ਕਲਰਕੀ ਕੀਤੀ, ਫਿਰ ਨੌਕਰੀ ਛੱਡ ਕੇ ਰੁੜਕੀ ਤੋਂ ਇੰਜੀਨੀਅਰਿੰਗ ਦੀ ਡਿਗਰੀ ਪ੍ਰਾਪਤ ਕੀਤੀ। ਕੁਝ ਸਮਾਂ ਫੌਜ ਵਿੱਚ ਨੌਕਰੀ ਕੀਤੀ ਅਤੇ ਫਿਰ ਇੰਜੀਨੀਅਰਿੰਗ ਦੀ ਉਚੇਰੀ ਵਿੱਦਿਆ ਪ੍ਰਾਪਤ ਕਰਨ ਲਈ ਅਮਰੀਕਾ ਚਲੇ ਗਏ। ਉੱਥੋਂ ਵਾਪਿਸ ਆ ਕੇ ਕੁਝ ਸਮਾਂ ਰੇਲਵੇ 'ਚ ਨੌਕਰੀ ਕੀਤੀ। 1931 ਵਿੱਚ ਨੌਕਰੀ ਛੱਡ ਕੇ ਪਿਸ਼ੌਰ ਦੇ ਨੇੜੇ ਖੇਤੀ ਕਰਨ ਲੱਗ ਪਏ। ਉੱਥੇ ਹੀ 1933 ਵਿੱਚ ਮਾਸਿਕ ਪੱਤਰ ਪ੍ਰੀਤ ਲੜੀ ਕੱਢਣਾ ਸ਼ੁਰੂ ਕਰ ਦਿੱਤਾ। ਉਸ ਵਿੱਚੋਂ ਪ੍ਰੀਤ ਨਗਰ ਆ ਵਸਾਇਆ। ਉਦੋਂ ਤੋਂ ਲੈ ਕੇ ਆਪਣੇ ਅੰਤਿਮ ਸਵਾਸ ਤਿਆਗਣ ਤੱਕ ਉਹ ਪ੍ਰੀਤ ਲੜੀ ਦੁਆਰਾ ਪੰਜਾਬੀ ਬੋਲੀ ਦੀ ਸੇਵਾ ਕਰਦੇ ਰਹੇ। ਗੁਰਬਖਸ਼ ਸਿੰਘ ਤੋਂ ਪਹਿਲਾਂ ਬਹੁਤੀ ਪੰਜਾਬੀ ਵਾਰਤਕ ਵਿੱਚ ਕੇਵਲ ਧਾਰਮਿਕ ਵਿਸ਼ਿਆਂ ਬਾਰੇ ਹੀ ਲਿਖਿਆ ਜਾਂਦਾ ਸੀ। ਆਪ ਨੇ ਪੰਜਾਬੀ ਵਾਰਤਕ ਦੇ ਘੇਰੇ ਨੂੰ ਵਿਸ਼ਾਲ ਕਰਕੇ ਸਮਾਜਿਕ, ਨੈਤਿਕ ਅਤੇ ਜ਼ਿੰਦਗੀ ਦੀਆਂ ਹੋਰ ਅਨੇਕ ਸਮੱਸਿਆਵਾਂ ਦੇ ਵਿਸ਼ਿਆਂ ਬਾਰੇ ਆਪਣੇ ਲੇਖਾਂ ਅਤੇ ਕਹਾਣੀਆਂ ਵਿੱਚ ਲਿਖਣਾ ਸ਼ੁਰੂ ਕੀਤਾ। ਆਪ ਨੇ 2 ਦਰਜਨ ਤੋਂ ਵੱਧ ਵਾਰਤਕ ਪੁਸਤਕਾਂ ਪੰਜਾਬੀ ਵਿੱਚ ਲਿਖੀਆਂ। ਅਨੋਖੇ ਤੇ ਇਕੱਲੇ, ਪ੍ਰੀਤਾਂ ਦਾ ਪਹਿਰੇਦਾਰ, ਭਾਬੀ ਮੈਨਾ, ਸਾਵੀ ਪੱਧਰੀ ਜ਼ਿੰਦਗੀ, ਜ਼ਿੰਦਗੀ ਦੀ ਰਾਸ, ਮੇਰੀਆਂ ਅਭੁੱਲ ਯਾਦਾਂ ਆਦਿ ਉਹਨਾਂ ਦੀਆਂ ਪ੍ਰਸਿੱਧ ਪੁਸਤਕਾਂ ਹਨ। ਪੱਛਮੀ ਦੇਸ਼ਾਂ ਵਿੱਚ ਦੇਖੇ ਖੁੱਲ੍ਹੇ ਡੁੱਲੇ ਜੀਵਨ ਦਾ ਆਪ ਦੇ ਵਿਚਾਰਾਂ 'ਤੇ ਬਹੁਤ ਡੂੰਘਾ ਪ੍ਰਭਾਵ ਸੀ। ਉਸ ਜੀਵਨ ਨੂੰ ਇਹਨਾਂ ਆਪਣਾ ਆਦਰਸ਼ ਬਣਾ ਲਿਆ ਸੀ। ਆਪ ਨੇ ਸਮਾਜਿਕ ਕੁਰੀਤੀਆਂ, ਵਹਿਮਾਂ ਭਰਮਾਂ ਅਤੇ ਹੋਰ ਬੁਰਾਈਆਂ ਨੂੰ ਆਪਣੀ ਲੇਖਣੀ ਦੁਆਰਾ ਪੇਸ਼ ਕੀਤਾ। ਉਹਨਾਂ ਸਭਨਾਂ ਨੂੰ ਉੱਚੀ ਸੁੱਚੀ ਅਤੇ ਸਾਵੀ ਪੱਧਰੀ ਜ਼ਿੰਦਗੀ ਜਿਉਣ ਲਈ ਪ੍ਰੇਰਿਆ। ਪੰਜਾਬੀ ਦਾ ਇਹ ਮਹਾਨ ਸਾਹਿਤਕਾਰ 1977 ਈਸਵੀ ਵਿੱਚ ਸਾਨੂੰ ਸਦਾ ਲਈ ਵਿਛੋੜਾ ਦੇ ਗਿਆ। ਸੋ ਪੜ੍ਹਦੇ ਹਾਂ ਉਹਨਾਂ ਦੀ ਲਿਖੀ ਬਹੁਤ ਹੀ ਸੁੰਦਰ ਰਚਨਾ ਬੋਲੀ। ਮੂੰਹ ਮਨੁੱਖ ਦੇ ਸਰੀਰ ਦਾ ਚਿੱਤਰ ਹੈ। ਇੱਥੇ ਮੂੰਹ ਦਾ ਭਾਵ ਹੈ ਚਿਹਰਾ। ਜਿਹੜਾ ਚਿਹਰਾ ਹੁੰਦਾ ਨਾ, ਇਨਸਾਨ ਦੇ ਸਰੀਰ ਦੀ ਤਸਵੀਰ ਹੁੰਦਾ ਹੈ। ਇਹਦੇ ਤੋਂ ਉਸਦੇ ਸਰੀਰ ਦਾ ਸੁਹੱਪਣ ਮਤਲਬ ਸੁੰਦਰਤਾ, ਜਾਂ ਕੋਝ ਦਾ ਮਤਲਬ ਹੁੰਦਾ ਹੈ ਬਦਸੂਰਤੀ। ਕਹਿੰਦੇ ਇਹਦੇ ਤੋਂ ਉਸਦੇ ਸਰੀਰ ਦਾ ਸੁਹੱਪਣ ਜਾਂ ਕੋਝ ਪਹਿਚਾਣਿਆ ਜਾਂਦਾ ਹੈ। ਬੋਲੀ ਮਨੁੱਖ ਦੀ ਆਤਮਾ ਦਾ ਚਿੱਤਰ ਹੈ। ਜਿਵੇਂ ਜਿਹੜਾ ਚਿਹਰਾ ਹੈ ਉਹ ਸਰੀਰ ਦਾ ਚਿੱਤਰ ਹੈ, ਉਹਦੀ ਤਸਵੀਰ ਹੈ, ਬੋਲੀ ਇਨਸਾਨ ਦੀ ਆਤਮਾ ਦਾ ਚਿੱਤਰ ਹੁੰਦੀ ਹੈ। ਇਹਦੇ ਤੋਂ ਉਹਦੀ ਆਤਮਾ ਦਾ ਵਧੀਆ ਘਟੀਆ ਹੋਣਾ ਦਿਸ ਪੈਂਦਾ ਹੈ। ਅਣਬੋਲਿਆ ਮਨੁੱਖ, ਅਣਬੋਲਿਆ ਜੋ ਬੋਲੇ ਹੀ ਨਾ, ਅਣਬੋਲਿਆ ਮਨੁੱਖ ਐਵੇਂ ਹੈ ਜਿਉਂ ਕੋਈ ਬੂਹੇ ਬੰਦ ਮਕਾਨ। ਜਿਵੇਂ ਸਾਨੂੰ ਬੂਹੇ ਬੰਦ ਮਕਾਨ ਬਾਰੇ ਕੁਛ ਨਹੀਂ ਨਾ ਪਤਾ ਹੁੰਦਾ ਕਿ ਉਹ ਅੰਦਰ ਕਿਹੋ ਜਿਹਾ ਹੈ, ਉਹ ਵੀ ਜਿਹੜਾ ਅਣਬੋਲਿਆ ਮਨੁੱਖ ਹੁੰਦਾ, ਜਿਹੜਾ ਕੁਛ ਬੋਲਦਾ ਹੀ ਨਾ ਹੋਵੇ। ਜਿਸ ਦੀਆਂ ਕੰਧਾਂ ਉੱਤੇ ਬਣਤਰ ਹੀ ਅਸੀਂ ਵੇਖਦੇ ਹਾਂ। ਬੋਲਿਆ ਜਿਉਂ ਕਿਸੇ ਨੇ ਬੂਹੇ ਖੋਲ੍ਹ ਕੇ ਸਾਨੂੰ ਅੰਦਰ ਝਾਤੀ ਪਵਾ ਦਿੱਤੀ ਹੈ। ਜਿਵੇਂ ਇਨਸਾਨ ਜਦੋਂ ਬੋਲਦਾ ਹੈ ਤਾਂ ਝਟਪਟ ਪਤਾ ਚੱਲ ਜਾਂਦਾ ਹੈ ਕਿ ਅੰਦਰੋਂ ਉਹ ਕਿਹੋ ਜਿਹਾ ਹੈ। ਕਈ ਮਕਾਨਾਂ ਦਾ ਅੰਦਰ ਉਹਨਾਂ ਦੀ ਬਾਹਰਲੀ ਬਣਤਰ ਨਾਲੋਂ ਕਿੱਡਾ ਹੀ ਸੋਹਣਾ ਅਤੇ ਕਿੱਡਾ ਹੀ ਸੁੱਖ ਦੇਣ ਵਾਲਾ ਹੁੰਦਾ ਹੈ। ਕਈ ਵਾਰ ਅਸੀਂ ਦੇਖਿਆ ਨਾ, ਇਨਸਾਨ ਦੇਖਣ 'ਚ ਭਾਵੇਂ ਉਹ ਸੋਹਣੇ ਨਾ ਲੱਗਦੇ ਹੋਣ, ਪਰ ਜਦੋਂ ਬੋਲਦੇ ਹੈ ਬਹੁਤ ਹੀ ਸੋਹਣਾ, ਬਹੁਤ ਹੀ ਮਿੱਠਾ ਬੋਲਦੇ ਹੈ। ਕਿਸੇ ਸੋਹਜ ਭੁੱਖੇ ਸਿਆਣੇ ਨੇ ਸੋਹਣੇ ਮੂੰਹ ਵਾਲੇ ਰਾਹੀ ਨੂੰ ਵੇਖ ਕੇ ਆਖਿਆ ਸੀ, ਉਹ ਸੁਣਿਆ ਬੋਲ ਖਾ ਵੇਖਾਂ ਅੰਦਰ ਤੋਂ ਇੱਦੋਂ ਵੀ ਸੋਹਣਾ ਹੋਵੇਗਾ। ਅੰਨੇ ਆਮ ਤੌਰ 'ਤੇ ਸਿਆਣੇ ਅਤੇ ਦਿਲਚਸਪ ਹੁੰਦੇ ਹਨ,
ਪਰ ਗੂੰਗਾ ਕੋਈ ਵਿਰਲਾ ਹੀ ਦਿਲਚਸਪੀ ਜਗਾਉਂਦਾ ਹੈ। ਗੂੰਗਾ ਜੋ ਬੋਲ ਨਾ ਸਕਦਾ ਹੋਵੇ, ਕਿਉਂਕਿ ਬੋਲੀ ਤਾਂ ਅਸੀਂ ਮਨੁੱਖੀ ਅਮੀਰੀ ਦਾ ਮੇਚਾ ਲੈ ਸਕਦੇ ਹਾਂ। ਬੋਲੀ ਹੀ ਦੱਸਦੀ ਹੈ ਕਿ ਬੋਲਣ ਨੇ ਕੀ ਕੁਝ ਆਪਣਾ ਬਣਾਇਆ ਹੈ। ਜੇ ਉਹਦੇ ਅੰਦਰ ਬਹੁਤ ਕੁਝ ਹੈ, ਉਹਦੀ ਬੋਲੀ ਫੁੱਲਾਂ ਫਲਾਂ ਲੱਦੇ ਬਾਗ ਵਿੱਚ ਮਹਿਕਦੀ ਆਈ ਪੌਣ ਵਰਗੀ ਹੁੰਦੀ ਹੈ। ਜਿਵੇਂ ਸਾਨੂੰ ਬਾਗ ਵਿੱਚੋਂ ਆਈ ਪੌਣ ਬਹੁਤ ਸੋਹਣੀ ਲੱਗਦੀ ਹੈ ਨਾ, ਮਨ ਨੂੰ ਸਕੂਨ ਦਿੰਦੀ ਹੈ, ਐਵੇਂ ਹੀ ਕਈ ਇਨਸਾਨ ਜਦੋਂ ਬੋਲਦੇ ਹੈ ਨਾ, ਸਾਨੂੰ ਬਹੁਤ ਹੀ ਸ਼ਾਂਤੀ ਮਿਲਦੀ ਹੈ, ਬਹੁਤ ਚੰਗਾ ਲੱਗਦਾ ਹੈ। ਸਰੋਤੇ ਉਹਨੂੰ ਪਿਆਰ ਦਿੰਦੇ ਹਨ, ਭਰੋਸਾ ਦਿੰਦੇ ਹਨ, ਕਈ ਵਾਰ ਜਿੰਦਾ ਵੀ ਹਾਜ਼ਰ ਕਰ ਦਿੰਦੇ ਹਨ। ਜਿਹਦੇ ਅੰਦਰ ਬਹੁਤਾ ਕੁਝ ਨਹੀਂ, ਉਹਦੀ ਬੋਲੀ ਰੜੇ ਰੇਗਿਸਤਾਨਾਂ ਵਿੱਚੋਂ ਰੁੱਖੀ ਤਪਦੀ ਆਈ ਪੌਣ ਵਰਗੀ ਹੁੰਦੀ ਹੈ। ਕਈ ਇਸ ਤਰ੍ਹਾਂ ਦੇ ਇਨਸਾਨ ਸਾਨੂੰ ਮਿਲਦੇ ਹੈ, ਬੋਲਣ ਦਾ ਚੱਜ ਹੀ ਨਹੀਂ ਹੁੰਦਾ, ਬੜਾ ਹੀ ਰੁੱਖਾ ਬੋਲਦੇ ਹੈ। ਤਾਂ ਉਹਨਾਂ ਬਾਰੇ ਲੇਖਕ ਨੇ ਕਿਹਾ ਕਿ ਉਹਨਾਂ ਦੀ ਬੋਲੀ ਰੜੇ ਰੇਗਿਸਤਾਨ ਯਾਨੀ ਮਾਰੂਥਲ ਵਿੱਚ ਰੁੱਖੀ ਤਪਦੀ ਆਈ ਪੌਣ ਵਰਗੀ ਹੁੰਦੀ ਹੈ। ਯਾਨੀ ਇੰਨੀ ਰੁੱਖੀ ਹੁੰਦੀ ਹੈ, ਇੰਨੀ ਖੁਸ਼ਕ ਹੁੰਦੀ ਹੈ। ਬੋਲੀ ਤਦੀ ਅਸਲੀ ਅਮੀਰੀ ਦਾ ਠੀਕ ਮੇਚਾ ਮੰਨੀ ਜਾਂਦੀ ਹੈ। ਮੇਚਾ ਯਾਨੀ ਪੈਮਾਨਾ ਮੰਨੀ ਜਾਂਦੀ ਹੈ ਕਿ ਇਹ ਜ਼ਿੰਦਗੀ ਦੀ ਅਮੀਰੀ ਵਿੱਚੋਂ ਆਪਣੀ ਲਫ਼ਜ਼ ਚੁਣਦੀ ਹੈ। ਹਰ ਇੱਕ ਲਫ਼ਜ਼ ਕਿਸੇ ਤਜਰਬੇ ਦਾ ਹਿੱਸਾ ਅਤੇ ਹਰ ਇੱਕ ਤਜਰਬਾ ਕਿਸੇ ਅਕਲ ਦਾ ਹਿੱਸਾ ਹੁੰਦਾ ਹੈ, ਅਤੇ ਅਕਲ ਜ਼ਿੰਦਗੀ ਦਾ ਅਸਲੀ ਸੋਨਾ ਹੈ। ਜਿਹਦੀ ਲਿਸ਼ਕ ਤੋਂ ਵਿਰਲੇ ਸਡੋਲ ਨਕਸ਼ ਵੀ ਦਿਲਾਂ ਵਿੱਚ ਕੋਈ ਖਿੱਚ ਨਹੀਂ ਪਾਉਂਦੇ। ਕਦੀ ਕਦੀ ਨਾ ਬਹੁਤ ਸੋਹਣੇ ਲੋਕ ਹੁੰਦੇ ਆ, ਉਹ ਵੀ ਚੰਗੇ ਨਹੀਂ ਲੱਗਦੇ, ਕਿਉਂਕਿ ਉਹਨਾਂ ਦੀ ਬੋਲੀ ਚੰਗੀ ਨਹੀਂ ਹੁੰਦੀ। ਉਹਨਾਂ ਨੇ ਆਪਣੀ ਜ਼ਿੰਦਗੀ ਦੇ ਤਜਰਬਿਆਂ ਤੋਂ ਕੁਝ ਸਿੱਖਿਆ ਹੀ ਨਹੀਂ ਹੁੰਦਾ। ਇਹੋ ਜਿਹੇ ਲੋਕ ਕਿਸੇ ਨੂੰ ਵੀ ਪਸੰਦ ਨਹੀਂ ਆਉਂਦੇ। ਬੋਲੀ ਦਾ ਖਜ਼ਾਨਾ ਬਚਪਨ ਦੇ ਚੌਗਿਰਦੇ ਵਿੱਚੋਂ ਜੁੜਨਾ ਸ਼ੁਰੂ ਹੁੰਦਾ ਹੈ। ਚੌਗਿਰਦਾ ਹੁੰਦਾ ਚੁਫੇਰੇ। ਅਸੀਂ ਬੋਲੀ ਨਾ ਆਪਣੇ ਬਚਪਨ ਤੋਂ ਹੀ ਆਪਣੇ ਆਸ-ਪਾਸ ਤੋਂ ਸਿੱਖਣੀ ਸ਼ੁਰੂ ਕਰ ਦਿੰਦੇ ਹਾਂ। ਬਚਪਨ ਵਿੱਚ ਮਨ ਉੱਤੇ ਚਿੱਤਰੇ ਲਫ਼ਜ਼ ਸਾਨੂੰ ਭੁੱਲਦੇ ਨਹੀਂ ਅਤੇ ਮੋਰ ਵਰਗਾ ਕੰਮ ਕਰਦੇ ਹਨ। ਇੱਕ ਇੱਕ ਮੋਰ ਅਸੀਂ ਅਨੇਕਾਂ ਨਿੱਕੇ ਸਿੱਕਿਆਂ ਵਿੱਚ ਵਟਾਉਂਦੇ ਹਾਂ ਅਤੇ ਸਾਡੇ ਖਜ਼ਾਨੇ ਦੀਆਂ ਪੇਟੀਆਂ ਛਣਕਣ ਲੱਗ ਪੈਂਦੀਆਂ ਹਨ। ਕਦੀ ਕਦੀ ਆਪਾਂ ਛੋਟੇ ਹੁੰਦਿਆਂ ਬਹੁਤ ਹੀ ਅੱਛੀਆਂ ਗੱਲਾਂ ਸਿੱਖੀਆਂ ਹੁੰਦੀਆਂ, ਜਿਹੜੀਆਂ ਜ਼ਿੰਦਗੀ ਭਰ ਅਸੀਂ ਨਾ ਚਾਹੁੰਦੇ ਹੋਏ ਸਾਡੇ ਨਾਲ ਨਾਲ ਚੱਲਦੀਆਂ ਰਹਿੰਦੀਆਂ। ਅਸੀਂ ਮੰਨੀਏ ਨਾ ਮੰਨੀਏ, ਜੇ ਅਸੀਂ ਚੰਗੀਆਂ ਗੱਲਾਂ ਸਿੱਖੀਆਂ ਉਹ ਵੀ ਸਾਡੀ ਜ਼ਿੰਦਗੀ 'ਚ ਨਾਲ ਨਾਲ ਚੱਲਣਗੀਆਂ। ਐਵੇਂ ਹੀ ਜੇਕਰ ਅਸੀਂ ਬਹੁਤ ਮਾੜੀਆਂ ਗੱਲਾਂ ਸਿੱਖੀਆਂ, ਮਾੜੀਆਂ ਗੱਲਾਂ ਸੁਣੀਏ, ਉਹ ਵੀ ਸਾਡੀ ਜ਼ਿੰਦਗੀ ਚ ਨਾਲ ਨਾਲ ਚੱਲਦੀਆਂ ਰਹਿਣਗੀਆਂ, ਚਾਹੇ ਅਸੀਂ ਚਾਹੀਏ ਚਾਹੇ ਨਾ ਚਾਹੀਏ। ਇਸ ਲਈ ਜਿੱਥੇ ਸਾਡਾ ਬਚਪਨ ਬੀਤੇ ਉਹ ਥਾਂ ਮੋਰਾਂ ਦੀ ਖਾਣ ਹੈ। ਪਹਿਲਾਂ ਸਾਡੀ ਅਮੀਰੀ ਦਾ ਨਿਰਭਰ ਇਸ ਖਾਣ ਉੱਤੇ ਹੁੰਦਾ ਹੈ। ਖਾਣ ਦਾ ਮਤਲਬ ਹੁੰਦਾ ਜਿਸ ਥਾਂ ਤੋਂ ਕੋਲਾ, ਲੋਹਾ, ਸੋਨਾ, ਤਾਂਬਾ ਜਿਸ ਆਦਿ ਨਿਕਲਦੇ ਹਨ ਉਹਨੂੰ ਖਾਣ ਕਹਿੰਦੇ ਨੇ। ਪਹਿਲਾਂ ਸਾਡੀ ਅਮੀਰੀ ਦਾ ਨਿਰਭਰ ਇਸ ਖਾਣ ਉੱਤੇ ਹੁੰਦਾ ਹੈ। ਜੇ ਸਾਡੀ ਖਾਣ ਵਿੱਚ ਮੋਹਰਾਂ ਕੱਸੀਆਂ ਹਨ ਤਾਂ ਸਾਡੀ ਬਹੁਤੀ ਪੁਟਾਈ ਵੀ ਸਾਨੂੰ ਮਾਲਾਮਾਲ ਨਹੀਂ ਕਰ ਸਕੇਗੀ। ਕੱਸੀਆਂ ਦਾ ਮਤਲਬ ਹੁੰਦਾ ਘੱਟ। ਜੇਕਰ ਉਹ ਮੋਹਰਾਂ ਘੱਟ ਹਨ ਤਾਂ ਅਸੀਂ ਕਦੇ ਅਮੀਰ ਹੋ ਹੀ ਨਹੀਂ ਸਕਾਂਗੇ। ਇਸ ਲਈ ਬੱਚਿਆਂ ਦੀ ਦੁਨੀਆ ਵਿੱਚ ਅਮੀਰੀ ਦਾ ਵਾਧਾ ਕਾਇਮ ਰੱਖਣਾ ਵੱਡਿਆਂ ਦਾ ਜ਼ਿੰਦਗੀ ਨਾਲ ਪਹਿਲਾ ਧਰਮ ਹੈ। ਜਿਹੜੇ ਵੱਡੇ ਬੱਚਿਆਂ ਦੀ ਦੁਨੀਆ ਦਾ ਧਿਆਨ ਨਹੀਂ ਰੱਖਦੇ, ਜੇਕਰ ਪਲਦੇ ਅਤੇ ਜਿੱਥੇ ਪਲਦੇ ਬੱਚਿਆਂ ਨੂੰ ਪਲੀ ਜਾਂ ਰੁਲੀ ਜਾਣ ਦਿੰਦੇ ਹਨ, ਉਹਨਾਂ ਦੀ ਆਪਣੀ ਦੁਨੀਆ ਵੀ ਦਿਨੋਂ ਦਿਨ ਕੰਗਾਲ ਹੁੰਦੀ ਜਾਂਦੀ ਹੈ। ਬਹੁਤ ਵਾਰੀ ਹੁੰਦਾ ਹੈ ਕਿ ਮਾਂ ਬਾਪ ਆਪਣੀ ਜ਼ਿੰਦਗੀ 'ਚ ਇੰਨੇ ਮਗਨ ਹੋ ਜਾਂਦੇ ਹੈ ਕਿ ਬੱਚਾ ਕਿਹੋ ਜਿਹੇ ਲੋਕਾਂ 'ਚ ਵਿਚਰ ਰਿਹਾ ਜਾਂ ਬੱਚਾ ਕੀ ਕੁਝ ਸਿੱਖ ਰਿਹਾ ਉਸ ਗੱਲ ਪਰ ਬਿਲਕੁਲ ਧਿਆਨ ਨਹੀਂ ਦਿੰਦੇ। ਉਹਦੇ ਨਾਲ ਕੀ ਹੁੰਦਾ ਕਿ ਬੱਚਾ ਬੁਰੀਆਂ ਤੋਂ ਬੁਰੀਆਂ ਗੱਲਾਂ ਸਿੱਖ ਲੈਂਦਾ, ਜਿਹਦੇ ਕਾਰਨ ਸਭ ਤੋਂ ਵੱਧ ਨੁਕਸਾਨ ਕਿਹਦਾ ਹੁੰਦਾ? ਮਾਪਿਆਂ ਦਾ ਹੁੰਦਾ,
क्योंकि जिथे जिथे बच्चे ने जाके कुछ गलत करना है, कुछ गलत बोलना है, सारा कुछ माँ बाप के उत्ते आना है। पर भरपूर खाण विचों भी सियाणी पुटाई ही दौलत पुट सकती है। खाणा विच किन्ना कुछ सोना नहीं हुंदा। सोने दे किणके लभ लभ पूंज पूंज अपनियां पेटियां विच साਂਭਣੇ ਜ਼ਰੂਰੀ ਹੁੰਦੇ ਹਨ। ਲੱਭਾ ਦਾ ਮਤਲਬ ਹੁੰਦਾ ਲੱਭਤਾ। ਸਾਡੀ ਪੁਟਾਈ ਤੇ ਸਾਡੀਆਂ ਲੱਭਾਂ ਦਾ ਨਾਪ ਸਾਡੀ ਬੋਲੀ ਹੁੰਦੀ ਹੈ। ਜਿੰਨੀ ਬਹੁਤੀ ਸਾਡੀ ਪੁਟਾਈ ਤੇ ਜਿੰਨੀ ਬਹੁਤੀ ਸਾਡੀ ਲੱਭ, ਉਨੀ ਬਹੁਤੀ ਅਮੀਰ ਸਾਡੀ ਬੋਲੀ ਹੁੰਦੀ ਜਾਏਗੀ। ਜਿਹੜਾ ਇਨਸਾਨ ਮਿਹਨਤ ਕਰਕੇ ਅੱਛੀਆਂ ਅੱਛੀਆਂ ਗੱਲਾਂ ਸਿੱਖਦਾ ਹੈ ਤਾਂ ਸਭ ਤੋਂ ਵੱਧ ਫਾਇਦਾ ਉਹਨੂੰ ਹੀ ਹੁੰਦਾ ਹੈ। ਉਹਦੀ ਬੋਲੀ ਹੀ ਅਮੀਰ ਹੁੰਦੀ ਹੈ। ਸਾਡੀ ਬੋਲੀ ਉਹ ਹੈ ਜਿਹੜੀ ਸਾਡੇ ਬਚਪਨ ਦੀ ਬੋਲੀ ਹੈ, ਸਾਡੀ ਮਾਂ ਦੀ ਬੋਲੀ ਹੈ। ਬੜੇ ਬੇਭਾਗ ਨੇ ਉਹ ਸ਼ਖਸ ਜਿਨ੍ਹਾਂ ਨੂੰ ਵੱਡਿਆਂ ਹੋ ਕੇ ਬਚਪਨ ਦੀ ਬੋਲੀ ਨਾਲੋਂ ਕੋਈ ਵੱਖਰੀ ਬੋਲੀ ਅਪਣਾਉਣੀ ਪੈਂਦੀ ਹੈ। ਸਿਰਫ ਬਚਪਨ ਦੀ ਬੋਲੀ ਦੀ ਮੋਹਰ ਲਾ ਕੇ ਹੀ ਕੋਈ ਆਪਣੀ ਅੰਦਰਲੀ ਦੌਲਤ ਨੂੰ ਅਖੀਰਲੇ ਨਿੱਕੇ ਤੋਂ ਨਿੱਕੇ ਸਿੱਕੇ ਤੱਕ ਵੜ ਸਕਦਾ ਹੈ। ਹੋਰ ਕਿਸੇ ਵੀ ਬੋਲੀ ਦੀ ਛਾਪ ਸਾਡੇ ਨਿੱਕੇ ਜਜ਼ਬਾਤੀ ਹੀਰੇ ਝਾੜ ਨਹੀਂ ਸਕਦੇ। ਤਜਰਬਾ ਸਾਡੀ ਦੌਲਤ ਹੈ ਤੇ ਇਹ ਦੌਲਤ ਬਚਪਨ ਦੇ ਸਮੇਂ ਜਿਹੜੀ ਬੋਲੀ ਦੇ ਚਿੰਨ੍ਹਾਂ ਵਿੱਚ ਸਾਂਭੀ ਗਈ ਹੈ, ਉਸੇ ਬੋਲੀ ਦੀ ਸੂਈ ਇਹਦੇ ਉੱਤੇ ਫੇਰਿਆ ਇੱਕ ਗ੍ਰਾਮੋਫੋਨ ਦੇ ਰਿਕਾਰਡ ਵਾਂਗ ਵੱਜ ਸਕਦੀ ਹੈ। ਤਾਂ ਤੇ ਬੋਲੀ ਨਾਲੋਂ ਵਧੇਰੇ ਧਿਆਨ ਮੰਗਣ ਵਾਲੀ ਕੋਈ ਹੋਰ ਜ਼ਿੰਦਗੀ ਦੀ ਦੌਲਤ ਨਹੀਂ। ਤਜਰਬਾ ਇਸ ਦੌਲਤ ਦਾ ਖਜ਼ਾਨਾ ਹੈ। ਸ਼ਬਦ ਇਹਦੇ ਸਿੱਕੇ ਤੇ ਨੋਟ ਹਨ ਜਿਨ੍ਹਾਂ ਨੂੰ ਅਸੀਂ ਰੋਜ਼ਾਨਾ ਜ਼ਿੰਦਗੀ ਦੀ ਮੰਡੀ ਵਿੱਚ ਚਲਾਉਂਦੇ ਹਾਂ। ਜ਼ਿੰਦਗੀ ਦੀ ਦੌਲਤ ਬਿਨਾਂ ਸ਼ਬਦ ਨਕਾਰੇ ਹੁੰਦੇ ਹਨ ਤੇ ਸ਼ਬਦਾਂ ਬਿਨਾਂ ਇਹ ਦੌਲਤ ਅਣਵਰਤੀ ਪਈ ਰਹੇਗੀ। ਇਸ ਲਈ ਸਭ ਤੋਂ ਪਹਿਲਾਂ ਤਜਰਬੇ ਦੇ ਮੌਕਿਆਂ 'ਚ ਵਾਧਾ ਚਾਹਿਆ ਜਾਵੇ। ਪੜ੍ਹਾਈ ਆਪਣੇ ਆਪ ਵਿੱਚ ਕੋਈ ਵੱਡਾ ਤਜਰਬਾ ਨਹੀਂ, ਸਿਰਫ ਤਜਰਬੇ ਦੀ ਲਗਨ ਵਧਾਉਣ ਤੇ ਤਜਰਬਿਆਂ ਨੂੰ ਸਾਂਭਣ ਦਾ ਸਾਧਨ ਹੈ। ਵੇਖਣਾ, ਖੇਡਣਾ, ਮਿਲਣਾ, ਪਿਆਰਨਾ, ਕੁਝ ਜੋੜਨਾ, ਕੁਝ ਤੋੜਨਾ ਆਦਿ ਅਸਲੀ ਤਜਰਬੇ ਹਨ ਜਿਹੜੇ ਸਾਡੀ ਸ਼ਖਸੀਅਤ ਨੂੰ ਅਮੀਰ ਬਣਾਉਂਦੇ ਤੇ ਸਾਡੀ ਬੋਲੀ ਨੂੰ ਲਿਸ਼ਕਾਉਂਦੇ ਹਨ। ਜਵਾਨੀ ਤੇ ਬੁਢਾਪੇ ਨਾਲੋਂ ਕਈ ਗੁਣਾ ਕੀਮਤੀ ਸਮਾਂ ਬਚਪਨ ਦਾ ਹੁੰਦਾ ਹੈ। ਇਹਦੇ ਵਿੱਚ ਹੀ ਉਹ ਮੋਹਰਾਂ ਇਕੱਠੀਆਂ ਕੀਤੀਆਂ ਜਾ ਸਕਦੀਆਂ ਹਨ ਜਿਹੜੀਆਂ ਬਣਾ ਕੇ ਜਵਾਨੀ ਤੇ ਬੁਢਾਪਾ ਆਪਣਾ ਔਖਾ ਜਾਂ ਸੌਖਾ ਝੱਟ ਲਗਾਉਂਦੇ ਹਨ। ਪਰ ਲਫ਼ਜ਼ ਸੋਨੇ ਦਾ ਨਿੱਕਾ ਜਿਹਾ ਤਿਣਕਾ ਹੁੰਦਾ ਹੈ। ਇਹਦੀ ਬਣਾਵਟ ਗਹਿਣੇ ਦੀ ਕਢਾਈ ਵਾਂਗ ਇਹਦੀ ਅਸਲੀਅਤ ਨੂੰ ਅੱਗੇ ਜਾ ਪਿੱਛੇ ਪਾਉਂਦੀ ਹੈ। ਕਈਆਂ ਦੇ ਲਫ਼ਜ਼ ਇਹੋ ਜਿਹੇ ਕੋਝੇ ਘੜੇ ਹੁੰਦੇ ਹਨ ਕਿ ਉਹਨਾਂ ਦੇ ਸੋਨੇ ਨੂੰ ਕੋਈ ਪਿੱਤਲ ਦੇ ਭਾਵੇਂ ਨਹੀਂ ਚੁੱਕਦਾ। ਕੋਈ ਸਿਰਾਫ ਮਹਿੰਗਾ ਸਸਤਾ ਭਾਵੇਂ ਉਹਨੂੰ ਹੱਥ ਪਾ ਲਵੇ, ਪਰ ਰੋਜ਼ਾਨਾ ਜ਼ਿੰਦਗੀ ਵਿੱਚ ਚਾਲੂ ਸਿੱਕੇ ਵਾਂਗ ਉਹ ਫੌਰੀ ਲੋੜਾਂ ਪੂਰੀਆਂ ਨਹੀਂ ਕਰ ਸਕਦੇ। ਇਸ ਦਾ ਭਾਵ ਹੈ ਕਿ ਬਚਪਨ 'ਚ ਜੋ ਅਸੀਂ ਸਿੱਖਦੇ ਹਾਂ ਉਹ ਆਉਣ ਵਾਲੀ ਜ਼ਿੰਦਗੀ 'ਚ ਸਾਡੇ ਨਾਲ ਨਾਲ ਚੱਲਦਾ ਹੈ। ਲੇਖਕ ਵਾਰ-ਵਾਰ ਇਹ ਸਮਝਾਉਣ ਦਾ ਯਤਨ ਕਰਦਾ ਹੈ ਕਿ ਬਚਪਨ ਦੀ ਜਿਹੜੀ ਭੂਮਿਕਾ ਹੈ ਕਿਸੇ ਇਨਸਾਨ ਦੀ ਜ਼ਿੰਦਗੀ ਨੂੰ ਬਣਾਉਣ 'ਚ ਬਹੁਤ ਜ਼ਰੂਰੀ ਹੁੰਦੀ ਹੈ। ਇਸ ਕਰਕੇ ਬਚਪਨ ਵਿੱਚ ਬੱਚਿਆਂ ਵੱਲ ਖਾਸ ਧਿਆਨ ਦੇਣਾ ਬਣਦਾ ਹੁੰਦਾ ਹੈ ਕਿ ਉਹ ਕਿਹੋ ਜਿਹੀਆਂ ਗੱਲਾਂ ਸਿੱਖ ਰਹੇ ਨੇ। ਦੁਨੀਆ ਦੇ ਅਨੇਕਾਂ ਲੋਕ ਆਪਣਾ ਮੁੱਲ ਪੂਰਾ ਨਹੀਂ ਪਵਾ ਸਕਦੇ ਕਿਉਂਕਿ ਉਹਨਾਂ ਆਪਣੇ ਲਫ਼ਜ਼ਾਂ ਵੱਲ ਕਦੇ ਧਿਆਨ ਨਹੀਂ ਦਿੱਤਾ। ਉਹਨਾਂ ਦੇ ਕਸੌਣੇ, ਛਿੱਬੇ, ਚੁੱਭਦੇ, ਕੌੜੇ, ਬੇਤਾਬ, ਬੇਰਸ ਲਫ਼ਜ਼ ਉਹਨਾਂ ਦੇ ਸੋਨੇ ਨੂੰ ਬੇਖਿੱਚ ਤੇ ਬੇਕੀਮਤ ਬਣਾਈ ਰੱਖਦੇ ਹਨ। ਕਿ ਇਹੋ ਜਿਹੇ ਲੋਕ ਜਦੋਂ ਬੋਲਦੇ ਹੈ ਇੰਨਾ ਕੁ ਬੁਰਾ ਬੋਲਦੇ ਹੈ, ਇੰਨਾ ਕੁ ਕੋਝਾ ਬੋਲਦੇ ਹੈ ਕਿ ਸੁਣਨ ਵਾਲੇ ਨੂੰ ਚੰਗਾ ਹੀ ਨਹੀਂ ਲੱਗਦਾ। ਨਾ ਉਹ ਚੰਗੇ ਲੱਗਦੇ ਨੇ ਅਤੇ ਨਾ ਉਹਨਾਂ ਦੇ ਲਫ਼ਜ਼ ਚੰਗੇ ਲੱਗਦੇ ਨੇ। ਬੋਲੀ ਨਾ ਸਿਰਫ ਕਾਮਯਾਬੀ ਦੀ ਕੁੰਜੀ ਹੈ, ਇਹ ਜ਼ਿੰਦਗੀ ਦੇ ਹੁਸਨਾਂ ਅਤੇ ਸੁਆਦਾਂ ਦਾ ਜਾਦੂ ਹੈ। ਇਹ ਸਾਡੇ ਅਣਹੋਣੇ ਸੁਪਨਿਆਂ ਨੂੰ ਵੀ ਲਕੀਰਾਂ ਘੇਰਿਆਂ ਵਿੱਚ ਚਿੱਤਰ ਕੇ ਅਸਲੀਅਤ ਦਾ ਰੂਪ ਦੇ ਦਿੰਦੀ ਹੈ। ਉਹ ਸਾਡੀ ਜਿਗਰੀ ਪਿਆਰਾਂ ਦੀ ਕਾਸ, ਸਾਡੀਆਂ
ਪੁੱਗੀਆਂ ਤੇ ਅਣਪੁੱਗੀਆਂ ਰੀਝਾਂ ਦੀ ਫਿਲਮ ਹੈ, ਜਿਸ ਨੂੰ ਉਦਾਸ ਬੱਦਲਾਂ ਦੇ ਹਨੇਰੇ ਵਿੱਚ ਚਲਾ ਕੇ ਵੀ ਅਸੀਂ ਸੁਨਹਿਰੀ ਧੁੱਪਾਂ ਚੜ੍ਹਾ ਸਕਦੇ ਹਾਂ। ਇਹ ਸਾਡੇ ਤੇ ਸਾਡੇ ਪ੍ਰੀਤਮ ਵਿਚਲੀ ਰੇਸ਼ਮੀ ਲੜੀ ਹੈ, ਸਾਡੀਆਂ ਵਫਾਵਾਂ ਤੇ ਦੋਸਤੀਆਂ ਦੀ ਸਾਖੀ ਹੈ। ਕੋਈ ਬੋਲੀ ਬਾਰੇ ਅਣਗਹਿਲੀ ਨਾ ਕਰੇ, ਨਾ ਇਹਦੇ ਬਾਰੇ ਕੋਈ ਮਸਕਰੀ ਮਖੌਲ ਸਹਾਰੇ। ਮਸਕਰੀ ਦਾ ਮਤਲਬ ਹੁੰਦਾ ਹੈ ਟੀਚਰ। ਇਹ ਬੜੀ ਮਹਿੰਗੀ ਅਤੇ ਪਿਆਰੀ ਵਿਰਾਸਤ ਹੈ। ਵਿਰਾਸਤ ਜਿਵੇਂ ਆਪਾਂ ਪਿਓ ਦਾਦਿਆਂ ਤੋਂ ਸਾਨੂੰ ਮਿਲਦੀ ਹੈ, ਉਹਨੂੰ ਅਸੀਂ ਵਿਰਾਸਤ ਕਹਿੰਦੇ ਹਾਂ। ਮਾਪਿਆਂ ਕੋਲੋਂ, ਉਸਤਾਦਾਂ ਕੋਲੋਂ, ਘਰ ਆਏ ਮਹਿਮਾਨਾਂ ਕੋਲੋਂ, ਹੋਕਾ ਦਿੰਦੀ ਛਾਬੜੀ ਵਾਲੇ ਕੋਲੋਂ, ਲੱਕੜਾਂ ਪਾੜਨ ਵਾਲੀ ਮਜ਼ਦੂਰਾਂ ਕੋਲੋਂ, ਘੁੱਗੂ ਘੋੜੇ ਵੇਚਣ ਆਈ ਪਖੀਵਾਰਨ ਕੋਲੋਂ, ਗਵਾਲੇ ਚਰਵਾਹੇ ਕੋਲੋਂ, ਹਰ ਲਫ਼ਜ਼ ਦੇ ਮਾਲਿਕ ਕੋਲੋਂ ਉਹਦੀ ਲਫ਼ਜ਼ ਸਿੱਖੋ ਅਤੇ ਸੰਭਾਲੋ। ਲਫ਼ਜ਼ਾਂ ਦੀ ਭੁੱਖ ਪੈਦਾ ਕਰੋ। ਇਉਂ ਟੱਪੇ ਕੋਈ ਦਿਲ ਰੰਗੀਆਂ ਲਫ਼ਜ਼ ਸੁਣ ਕੇ ਜਿਉਂ ਤਿਤਲੀ ਟੱਪਦੀ ਹੈ ਰੰਗਲੇ ਫੁੱਲ ਵੇਖ ਕੇ। ਲਫ਼ਜ਼ ਆਪਣੇ ਆਪ ਵਿੱਚ ਦੌਲਤ ਨਹੀਂ, ਜਿਸ ਤਰ੍ਹਾਂ ਕਿਸੇ ਸਿੱਕੇ ਉੱਤੇ ਲੱਗੀ ਮੋਹਰ ਆਪ ਦੌਲਤ ਨਹੀਂ, ਸਿਰਫ ਕਿਸੇ ਦੌਲਤ ਦੀ ਮੋਤਬਰ ਨਿਸ਼ਾਨੀ ਹੈ। ਉਸੇ ਤਰ੍ਹਾਂ ਲਫ਼ਜ਼ ਵੀ ਦਿਲ ਦੀ ਦੌਲਤ ਦੀਆਂ ਮੋਹਰਾਂ ਹੁੰਦੇ ਹਨ। ਜੇ ਦਿਲ ਵਿੱਚ ਦੋਸਤੀਆਂ, ਪਿਆਰਾਂ, ਕੁਰਬਾਨੀਆਂ, ਗੀਤਾਂ, ਕਹਾਣੀਆਂ, ਹੰਝੂਆਂ, ਹਾਸਿਆਂ ਅਤੇ ਕੁਦਰਤ ਦੀਆਂ ਛੂਹਾਂ ਦੀ ਦੌਲਤ ਅਮੁੱਕ ਹੈ, ਤਾਂ ਮਨੁੱਖੀ ਕੁੱਖ ਵਿੱਚੋਂ ਕਿਹੜਾ ਜੰਮਿਆ ਹੈ ਜਿਹੜਾ ਜੱਫੀਆਂ ਪਾਉਂਦੇ ਲਫ਼ਜ਼ਾਂ ਦੀ ਛਣ ਛਣ ਤੋਂ ਨਿਛਾਵਰ ਹੋਣੋਂ ਰੁਕ ਸਕੇ। ਸੋ ਇਹ ਸੀ ਗੁਰਬਖਸ਼ ਸਿੰਘ ਪ੍ਰੀਤਲੜੀ ਜੀ ਦੀ ਲਿਖੀ ਹੋਈ ਰਚਨਾ ਬੋਲੀ, ਜਿਸ ਵਿੱਚ ਲੇਖਕ ਨੇ ਬੋਲੀ ਦਾ ਜੀਵਨ ਦੇ 'ਚ ਬਹੁਤ ਮਹੱਤਵਪੂਰਨ ਸਥਾਨ ਹੁੰਦਾ ਹੈ, ਉਸ ਬਾਰੇ ਗੱਲ ਕੀਤੀ ਹੈ। ਇਹ ਬੋਲੀ ਹੀ ਮਨੁੱਖ ਦੀ ਸ਼ਖਸੀਅਤ ਦੀ ਪਛਾਣ ਹੁੰਦੀ ਹੈ। ਇਸ ਵੰਸ਼ ਮਾਂ ਬੋਲੀ ਵਧੇਰੇ ਮਹੱਤਵਪੂਰਨ ਹੁੰਦੀ ਹੈ। ਲੇਖਕ ਨੇ ਸਮਝਾਇਆ ਕਿ ਮਨੁੱਖ ਨੂੰ ਇਸ ਬੋਲੀ ਦੇ ਲਫ਼ਜ਼ਾਂ ਵੱਲ ਉਚੇਰਾ ਧਿਆਨ ਦੇਣਾ ਚਾਹੀਦਾ ਹੈ। ਇਹ ਲਫ਼ਜ਼ ਹੀ ਮਨੁੱਖੀ ਸ਼ਖਸੀਅਤ ਦੀ ਅਮੀਰੀ ਦਾ ਸ਼ੀਸ਼ਾ ਹੁੰਦੇ ਹਨ। ਮਨੁੱਖ ਨੂੰ ਆਪਣੀ ਬੋਲੀ ਵਿਚਲੇ ਪ੍ਰਭਾਵਸ਼ਾਲੀ ਸ਼ਬਦਾਂ 'ਚ ਨਿਰੰਤਰ ਵਾਧਾ ਕਰਦੇ ਰਹਿਣਾ ਚਾਹੀਦਾ ਹੈ। ਉਮੀਦ ਹੈ ਤੁਹਾਨੂੰ ਇਹ ਰਚਨਾ ਜ਼ਰੂਰ ਪਸੰਦ ਆਈ ਹੋਵੇਗੀ ਔਰ ਤੁਸੀਂ ਲੇਖਕ ਨੇ ਜੋ ਸਮਝਾਉਣ ਦਾ ਯਤਨ ਕੀਤਾ ਹੈ ਉਸ ਵੱਲ ਬਿਲਕੁਲ ਧਿਆਨ ਦੇਵੋਗੇ। ਆਪਣੀ ਜ਼ਿੰਦਗੀ 'ਚ ਹਮੇਸ਼ਾ ਹੀ ਚੰਗੇ ਲਫ਼ਜ਼ਾਂ ਦੀ ਪਹਿਚਾਣ ਰੱਖੋਗੇ, ਚੰਗੇ ਲਫ਼ਜ਼ਾਂ ਨੂੰ ਆਪਣੀ ਜ਼ਿੰਦਗੀ 'ਚ ਲੈ ਕੇ ਆਓਗੇ, ਕਿਉਂਕਿ ਜਿਹੜਾ ਇਨਸਾਨ ਸੋਹਣਾ ਬੋਲਦਾ ਹੁੰਦਾ ਹੈ ਉਹ ਦੁਨੀਆ ਨੂੰ ਹਮੇਸ਼ਾ ਹੀ ਸੋਹਣਾ ਲੱਗਦਾ ਹੈ। ਸ਼ਖਸੀਅਤ ਤੁਹਾਡੀ ਲਫ਼ਜ਼ਾਂ ਦੇ ਕਾਰਨ ਬਣਦੀ ਹੈ, ਜਿਹੜੇ ਤੁਸੀਂ ਆਪਣੇ ਮੂੰਹ 'ਚੋਂ ਕੱਢਦੇ ਹੋ। ਉਹਨਾਂ ਕਾਰਨ ਹੀ ਤੁਹਾਡੀ ਪਹਿਚਾਣ ਬਣਦੀ ਹੈ, ਉਹਨਾਂ ਕਾਰਨ ਹੀ ਇੱਜ਼ਤ ਬਣਦੀ ਹੈ। ਇਨਸਾਨ ਦੇਖਣ 'ਚ ਜਿਸ ਤਰ੍ਹਾਂ ਦਾ ਮਰਜ਼ੀ ਹੋਵੇ, ਸੋਹਣਾ ਹੋਵੇ ਨਾ ਹੋਵੇ, ਪਰ ਉਹਦੇ ਲਫ਼ਜ਼, ਉਹਦੀ ਬੋਲੀ ਬਹੁਤ ਜ਼ਿਆਦਾ ਸੋਹਣੀ ਰਹਿਣੀ ਚਾਹੀਦੀ ਹੈ, ਜਿਹੜੀ ਤੁਹਾਨੂੰ ਜ਼ਿੰਦਗੀ 'ਚ ਉਚਾਈਆਂ ਤੱਕ ਲੈ ਕੇ ਜਾਂਦੀ ਹੈ। ਜਿਵੇਂ ਸੋਹਣੀ ਬੋਲੀ ਤੁਹਾਨੂੰ ਉਚਾਈਆਂ ਤੱਕ ਲੈ ਕੇ ਜਾਂਦੀ ਹੈ, ਬੁਰੇ ਲਫ਼ਜ਼ ਔਰ ਬੁਰੀ ਬੋਲੀ ਤੁਹਾਨੂੰ ਨਿਵਾਣ ਵੱਲ ਲੈ ਕੇ ਜਾਂਦੀ ਹੈ। ਅਤੇ ਪਿਆਰੇ ਬੱਚਿਓ, ਤੁਸੀਂ ਹਮੇਸ਼ਾ ਉਚਾਈਆਂ ਤੱਕ ਜਾਣਾ ਹੈ, ਇਸ ਲਈ ਆਪਣੀ ਬੋਲੀ ਨੂੰ ਹਮੇਸ਼ਾ ਹੀ ਸੋਹਣਾ ਅਤੇ ਸੋਹਣੇ ਸੋਹਣੇ ਸ਼ਬਦਾਂ ਦੇ ਨਾਲ ਮਹਿਕਦਾ ਰੱਖਣਾ ਹੈ।